अस्सलाम वालेकुम जी, कैसे हैं सारे। उम्मीद है कि सब खैरियत से होंगे। अच्छा भाई, मेरे चैनल पे हमजा लर्निंग पे एजुकेशनल कंटेंट अपलोड किया जाता है और इसमें मोटिवेशनल स्टोरीज भी मैंने कुछ लोगों की अपलोड की थी। आज भी एक बंदे की मोटिवेशनल स्टोरी आपके साथ शेयर करनी है, लेकिन ये सेफ्टी से रिलेटेड नहीं है। ये एज अ बिजनेस आप कह लें कि जॉब से ट्रांसफर हुआ बंदा बिजनेस में। एजुकेशन लेवल क्या है इस बंदे का और इसका पर्पज़ क्या था सऊदीया से इधर आने का, सऊदीया से इधर आया किस तरह और रीज़न क्या थी इधर आने की। और दूसरी चीज़ ये कि जब इधर आ गया उसके बाद जॉब कितने महीनों तक इसको इधर बैठना पड़ा, जॉब से ट्रांसफ़र किस मतलब कि क्या वजह बनी कि ये जॉब से खुद ट्रांसफ़र हुआ कि इसने काम पकड़ना शुरू कर दिया। और पहले इस बंदे को काम पे कोई लेके नहीं था जा रहा, उसके बाद इस बंदे ने अपने साथ दो चार बंदे साथ लेके उस जगह पे चला गया काम की जगह पे। तो इस सबसे पहले मैं आपको इसका तारफ़ करवाता हूँ कि इनका नाम क्या है, किस जगह से हैं और पाकिस्तान से क्या वजह बनी कि ये सऊदी अरब आए। अस्सलाम वालेकुम। वालेकुम अस्सलाम। अच्छा अली साहब, सब तो पहले अपना इंट्रोडक्शन दियो और ये रीज़न दसनी है कि की रीज़न बनी है कि तुम पाकिस्तान तो सऊदी ट्रांसफ़र होए। जी अली भाई, मेरा नाम मोहम्मद अली है। अच्छा। जी, कास्ट है कि मुगल सही है। मिर्जा खून है, ठीक है ना। कुछ पाकिस्तान ਦੇ ਮਾਮਲਾਤ ਇਹ ਚੀਜ਼ ਹੈ ਜਿਹਦਾ ਵੀ ਜਨਰੇਸ਼ਨ ਆ ਰਹੀ ਹੈ ਉਹਦੀ ਉਹਨਾਂ ਦੀ ਕੋਸ਼ਿਸ਼ ਨਹੀਂ ਹੁੰਦੀ ਕਿ ਅਸੀਂ ਆਊਟ ਆਫ कंट्री ਕੰਟਰੀ जाइए। ਜਾਈਏ, ਠੀਕ ਹੈ ਨਾ। ਉਹਨਾਂ ਦੇ ख्वाब ਕੁਝ ਘਰ ਦੇ ਮਾਮਲਾਤ ਕੁਝ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਫੇਸ ਕਰਕੇ ਫਿਰ ਬਾਹਰ ਆਣਾ ਪੈਂਦਾ, ਠੀਕ ਹੈ। बिल्कुल। ਇਸ ਮੁਤਾਬਿਕ ਜੈਸਨ ਬੰਦਾ ਇੱਥੇ ਬਾਹਰ ਆ ਜਾਂਦਾ ਉਹਨਾਂ ਨੂੰ ਉਸ ਨਾਲੋਂ ਇੱਕ ਹੁੰਦਾ ਵਾ ਕਿ 10% ਉੱਥੇ ਉਹ ਫੇਸ ਕਰਦੇ, ਇੱਥੇ ਆ ਕੇ ਉਹਨਾਂ ਨੂੰ 70% 80% ਫੇਸ ਕਰਨਾ ਪੈਂਦਾ। ठीक। ਇੱਕ ਤੇ ਆਪਣੀ ਫੈਮਿਲੀ ਨੂੰ ਫੇਸ ਕਰਨਾ ਪੈਂਦਾ, बिल्कुल। ਠੀਕ ਹੈ ਨਾ। ਇੱਕ ਆਪ ਨੂੰ ਖੁਦ ਇੱਥੇ ਫੇਸ ਕਰਨਾ ਪੈਂਦਾ, ਫੈਮਿਲੀ ਨੂੰ ਇਸ ਤਰ੍ਹਾਂ ਫੇਸ ਕਰਨਾ ਪੈਂਦਾ ਕਿ ਜਿਸ ਟਾਈਮ ਬੰਦਾ ਇੱਥੇ ਰਹਿ ਰਿਹਾ, ਜ਼ਾਹਰੀ ਗੱਲ ਹੈ ਫੈਮਿਲੀ ਨੇ ਤੇ ਇਹੀ ਕਹਿਣਾ ਕਿ ਬੰਦਾ ਸਾਡਾ ਬੇਟਾ ਸਾਡਾ ਚਲਾ ਗਿਆ ਸਾਊਦੀ ਅਰਬੀਆ, ਠੀਕ ਹੈ ਨਾ, ਜਾਂ ਕੋਈ ਵੀ ਕੰਟਰੀ, ਕਿਉਂਕਿ ਹਰ ਕਿਸੇ ਦਾ ख्वाब ਹੁੰਦਾ। ਉਹ ਇੱਥੇ ਨਾਇਬ ਉਹ ਰਹਿ ਰਿਹਾ ਵਾ, ਠੀਕ ਹੈ ਨਾ। ਉਹਨੇ ਫੇਸ ਕਰਨਾ ਆਪਣੇ ਆਪ ਨੂੰ, ਫੈਮਿਲੀ ਨੂੰ ਫੇਸ ਕਰਨਾ, ਉਹਨਾਂ ਨੂੰ ਪੈਸੇ ਸੈਂਡ ਕਰਨੇ, ਜੋ ਵੀ ਮਾਮਲਾ था, ਠੀਕ ਹੈ ਨਾ। ਉਹ ਮਾਮਲਾਤ ਨੂੰ ਲੈ ਕੇ ਉਹਨੇ ਸਭ ਕੁਝ ਚੱਲਣਾ, ਮਗਰ ਉਹਦੀ ਵਿੱਚ ਸਭ ਤੋਂ ਪਹਿਲੀ ਗੱਲ ਇਹ ਵਾ ਕਿ ਆਪਦੇ ਆਪ ਨੂੰ ਕੰਟਰੋਲ ਰੱਖੇ। सही। ਆਪਦੇ ਆਪ ਨੂੰ ਇਸ ਤਰ੍ਹਾਂ ਰੱਖੇ ਕਿ ਆਪਦੇ ਆਪ ਨੂੰ ਮਜ਼ਬੂਤ ਰੱਖੇ। ਜਿਹੜਾ ਵੀ ਕੰਮ ਸ਼ੁਰੂ ਕਰਦਾ ਉਹ ਇਸ ਲੈਵਲ ਤੇ ਕੰਮ ਸ਼ੁਰੂ ਕਰੇ ਕਿ ਉਸ ਕੰਮ ਤੋਂ ਨੇ ਅੱਗੇ ਵਧਣਾ, ਯਾਨੀ ਕਿ मतलब ਪਿੱਛੇ ਆਣਾ। पाकिस्तान तो आने दी रीजन ये ही कि पाकिस्तान कोई भी ऐसा कारोबार कोई भी ऐसा काम कर लो ਤੁਹਾਡੀ ਪੂਰੀ ਪੈਣ ਵਾਲੀ ਨਹੀਂ। ਨਹੀਂ, ਪਾਕਿਸਤਾਨ ਵਾਲੀ ਅੱਛਾ ਭਾਈ ਇਧਰ ਕੋਈ ਨਹੀਂ ਪੂਰੀ। ਇਧਰ ਹੈ ਦੱਸੋ ਕਿ ਜਦੋਂ ਤੁਸੀਂ ਸਊਦੀ ਅਰਬ ਮੂਵ ਹੋਏ, ਜਦੋਂ ਸਊਦੀ ਅਰਬ ਤੁਸੀਂ ਆ ਗਏ, ਜੀ ਅੱਗੇ ਕੋਈ ਰਿਲੇਟਿਵ ਐਸਾ ਹੈ ਕਿ ਜਿਹਨੇ ਤੁਹਾਨੂੰ ਸੰਭਾਲਣਾ ਹੈ? ਭਾਈ ਅੱਗੇ ਰਿਲੇਟਿਵ ਕੋਈ ਵੀ ਨਹੀਂ ਸੀ ਐਸਾ ਹੈ, ਠੀਕ ਹੈ ਨਾ। ਕੋਈ ਕਿਸੇ ਕਿਸਮ ਦਾ ਜਿਹੜੇ ਹੈ ਵੀ ਸੀ ਨਾ ਉਹਨਾਂ ਨੇ ਵੀ ਐਸੇ ਚਿਹਰੇ ਦਿਖਾਏ ਕਿ ਬੰਦਾ ਬਸ ਇਹ ਸਮਝੋ ਕਿ ਜੋ मतलब ਹੋਇਆ ना ਦਸ होने बराबर है। ਬਿਲਕੁਲ ਨਾ ਹੋਣ ਦੇ अच्छा ਬਰਾਬਰ ਕੋਈ ਨਹੀਂ। ਸਊਦੀਆ ਆਉਣ ਤੋਂ ਬਾਅਦ ਕਿੰਨੇ ਮਹੀਨੇ ਦੀ ਸਟਰਗਲ ਹੀ ਕਿ ਪਹਿਲੇ ਦਿਨ ਤੁਸੀਂ ਜਦੋਂ ਕੰਮ ਤੇ ਗਏ ਕਿੰਨੇ ਕਿੰਨੇ ਅਰਸੇ ਦੇ ਬਾਅਦ ਗਏ ਪਹਿਲੇ ਦਿਨ ਕੰਮ ਤੇ? ਸਰ ਪਹਿਲੇ ਦਿਨ 1 ਮਹੀਨੇ ਬਾਅਦ ਗਏ, ਲਗਾਤਾਰ ਰੂਮ 'ਚ ਸੋ ਕੇ ਸਾਰੀਆਂ ਟੈਨਸ਼ਨਾਂ ਫੇਸ ਕਰਕੇ ਉਸ ਤੋਂ ਬਾਅਦ 1 ਮਹੀਨੇ ਬਾਅਦ ਅੱਗੇ ਕੰਮ ਤੇ ਗਏ। ਦਿਹਾੜੀ ਤੇ? ਦਿਹਾੜੀ ਤੇ ਕਿਸੇ ਗਏ ਦੇ ਨਾਲ? ਜੀ, ਕਿਸੇ ਹੋਰ ਬੰਦੇ ਦੇ ਤੇ ਨਾਲ। ਇਹ ਜਿਹੜਾ ਕੰਮ ਢੂੰਡਣ ਦਾ ਪ੍ਰੋਸੈਸ ਹੈ ਕਿ ਤੁਸੀਂ ਆਪ ਜਾ ਕੇ ਕੰਮ ਲੱਭਿਆ, ਜਿਸ ਜਗ੍ਹਾ ਤੇ ਵੀ ਤੁਸੀਂ ਆਏ ਆਪ ਹੀ ਜਾ ਕੇ ਕੰਮ ਲੱਭਿਆ, ਇਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਇਆ ਕਿ ਮੈਂ ਦਿਹਾੜੀ ਨੂੰ ਛੱਡ ਕੇ ਤੇ ਮੈਂ ਆਪ ਕੰਮ ਲੱਭਣਾ ਜਾ ਕੇ? ਅਲੀ ਭਾਈ ਇਸ ਤਰ੍ਹਾਂ ਆਇਆ ਕਿ ਇੱਥੇ ਸਭ ਤੋਂ ਪਹਿਲੀ ਗੱਲ ਹੁੰਦੀ, ਬੰਦਾ ਜਿਹੜੇ ਵੀ ਕੰਟਰੀ 'ਚ ਜਾਂਦਾ ਨਾ, ਖਾਸ ਕਰਕੇ ਪਾਕਿਸਤਾਨ ਨੂੰ, ਉਹਨੂੰ ਜ਼ੁਬਾਨ ਦਾ ਇਸ਼ੂ ਆਉਂਦਾ। ਜਿਹੜੀ ਵੀ ਕੰਟਰੀ 'ਚ ਜਾਂਦਾ ਸਾਨੂੰ ਜ਼ੁਬਾਨ ਨਹੀਂ ਇਸ ਤਰੀਕੇ ਦੀ ਆਉਂਦੀ, ਪਾਕਿਸਤਾਨੀ ਦੀ ਕਿਸੇ ਵੀ ਪਾਕਿਸਤਾਨੀ ਦੀ ਕੋਸ਼ਿਸ਼ ਨਹੀਂ ਹੁੰਦੀ ਕਿ ਮੈਂ ਜ਼ੁਬਾਨ ਸਿੱਖਾਂ, ਠੀਕ ਹੈ ਨਾ। ਅਲਹਮਦੁਲਿਲਾ ਅਸੀਂ ਆਏ, ਮੇਰੀ ਕੋਸ਼ਿਸ਼ ਇਹੀ ਰਹੀ ਕਿ ਮੈਂ ਜ਼ੁਬਾਨ ਸਿੱਖਾਂ। ਜਿਸ ਤਰ੍ਹਾਂ ਹੀ ਮੈਂ ਜ਼ੁਬਾਨ ਅੱਗੇ ਅੱਗੇ ਸਿੱਖਦਾ ਗਿਆ, ਮੇਰਾ ਇਹ ਨਹੀਂ ਸੀ ਲੈਵਲ, ਮੈਂ ਦਿਹਾੜੀਆਂ ਕੀਤੀਆਂ ਤਕਰੀਬਨ 1.5 ਸਾਲ ਦਿਹਾੜੀਆਂ ਕੀਤੀਆਂ। ਅੱਛਾ। ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਇੱਕ ਮਿਸਾਲ ਦੇ ਤੌਰ ਦਿਹਾੜੀ ਤੁਹਾਡੀ ਇੱਥੇ ਵਨਾ 150 ਜਾਂ 200 ਸਊਦੀ ਰਿਆਲ, ਮੇਰੀ ਕੋਸ਼ਿਸ਼ ਇਹ ਰਹਿੰਦੀ ਕਿ 100 ਰਿਆਲ ਕਮਾ ਲਓ, ਆਪਣਾ ਕਮਾ ਲਓ, ਆਪਣਾ ਕੰਮ ਕਰੋ, ਆਪਣਾ ਕਰ ਲਓ, ਠੀਕ ਹੈ ਨਾ। ਠੀਕ। ਅੱਛਾ ਇੱਕ ਇੰਪੋਰਟੈਂਟ ਚੀਜ਼ ਰਹਿ ਗਈ ਕਿ ਐਜੂਕੇਸ਼ਨ ਤੁਸੀਂ ਕਹਿ ਰਹੇ ਹੋ, ਜਿਸ ਤਰ੍ਹਾਂ ਕਿ ਮੈਂ ਆ ਕੇ ਪਹਿਲੇ ਇੱਥੇ ਜ਼ਬਾਨ ਸਿੱਖੀ, ਉਸ ਤੋਂ ਬਾਅਦ ਮੈਂ ਕੰਮ ਲੱਭਣ ਗਿਆ, ਇਹ ਬੜੀ ਇੱਕ ਹੁਨਰ ਹੁੰਦਾ ਬੰਦੇ ਕੋਲ ਕਿ ਬਾਹਰ ਨਿਕਲ ਕੇ ਇੱਕ ਉਹ ਲੋਕਾਂ ਦੇ ਵਿੱਚ ਕਿ ਜਿਹੜੀ ਤੁਹਾਡੀ ਆਪਣੇ ਕਲਚਰ ਦੇ ਨਹੀਂ ਹੈ, ਆਪਣੀ ਜ਼ਬਾਨ ਦੇ ਨਹੀਂ ਹੈ, ਉਹਨਾਂ ਦੇ ਵਿੱਚ ਜਾ ਕੇ ਕੰਮ ਲੱਭਣਾ, ਜਾ ਕੇ ਠੇਕੇਦਾਰੀ ਕਰਨੀ। ਬਿਲਕੁਲ। ਐਜੂਕੇਸ਼ਨ ਦਾ ਲੈਵਲ ਕੀ ਹੈ, ਤਾਲੀਮ ਕਿੰਨੀ ਤੁਹਾਡੀ? ਐਜੂਕੇਸ਼ਨ ਅਲੀ ਭਾਈ ਜਿਹੜੀ ਮੈਂ ਆਪਣੇ ਆਪ ਨੂੰ ਸ਼ੋਅ ਕਰਵਾਉਣਾ ਉਹ ਮੈਟ੍ਰਿਕ ਆ, ਜਿਹੜੀ ਮੇਨ ਉਹ ਮੇਰੀ 4 ਆ, ਯਾਨੀ 4 ਕਲਾਸ। ਮਤਲਬ ਨਹੀਂ ਪੜ੍ਹੇ ਤੁਸੀਂ? ਨਹੀਂ, ਕੋਈ ਵੀ ਨਹੀਂ ਪੜ੍ਹੇ। ਤੇ ਅਲਹਮਦੁਲਿਲਾ ਮੈਂ ਆਪਦੇ ਆਪ ਨੂੰ ਜਿਹੜੇ ਵੀ ਬੰਦੇ ਨਾਲ ਗੱਲਬਾਤ ਕਰਦਾ ਵਾਂ ਜਾਂ ਉਹਨੂੰ ਸਮਝਾਉਣਾ, ਮੈਨੂੰ ਇਹੀ ਸ਼ੋਅ ਕਰਵਾਉਣਾ ਕਿ मैं मैट्रिक ਆ। मैट्रिक जी। अच्छा भाई, ये बड़ा इंपॉर्टेंट पॉइंट है कि एक वो बंदा कि जिसके पास एजुकेशन बिल्कुल नहीं है और उसके पास तालीम नहीं है। अभी हमारा
मिथ इस तरह की बनी हुई है कि जो नए बंदे आते हैं वो ये सोचते हैं कि भाई मेरे पास एजुकेशन नहीं है, तालीम नहीं है, लैंग्वेज का बैरियर आता है मेरे सामने, लैंग्वेज की समझ नहीं आ रही, ना इंग्लिश जबान आती है ना अरबी आती है, मैं काम किस तरह करूंगा और काम किस तरह पकड़ूंगा। पकड़ना दूर की बात है, आपको काम किसी के साथ दिहाड़ी पे जाना पड़ जाए, यही बंदा सोच में पड़ा रहता है कि जाना चाहिए या नहीं। इस बंदे के पास एजुकेशन नहीं थी, इधर आके आगे रिलेटिव को नहीं था, संभालने वाला बंदा नहीं था, कुछ साल, कोई साल 1.5 साल के अरसे दिहाड़ियां की, जबान समझी, थोड़ा बहुत बोलचाल आई तो अपना काम पकड़ना स्टार्ट कर दिया। अच्छा अली साहब ये दसो कि हुन किन्ने बंदे तेरे नाल जांदे ने काम? अल्हम्दुलिल्लाह 5 तो 6 बंदे जाते सर। एक टाइम वो था कि इस बंदे को काम पे लेके जाने पे राजी नहीं था, अभी 4-5 बंदों को ये लेके जा रहा है काम, 4-5 बंदों का जरिया बन रहा है रोजी का। ठीक है, जो बंदे नए आ रहे हैं, अच्छा एक बड़ी अहम चीज है कि नवे बंदे आंदे ने, उन्होंने वास्ते तुम एक पैगाम देना, नवे बंदे आंदे ने पाकिस्तान, इंडिया, बांग्लादेश या नेपाल जिधरों भी आंदे ने, जी जी स्टार्टिंग ਦੇ ਉੱਤੇ ਅੱਗੇ ਸਾਹਮਣ ਵਾਲਾ ਕੋਈ ਨਹੀਂ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਤੁਹਾਡਾ ਵੀ ਇਹੀ ਹਾਲ ਹੈ। बिल्कुल ਪਹਿਲੇ ਦੂਸਰੇ ਮਹੀਨੇ ਦੇ ਬਾਅਦ ਇਹ ਟਿਕਟੌਕ ਦੀ ਵੀਡੀਓ ਦੇ ਥੱਲੇ, YouTube ਦੀ ਵੀਡੀਓ ਦੇ ਥੱਲੇ ਜਾਂ Facebook ਤੇ ਮੈਸੇजेस ਕਰਦੇ ਨੇ ਕਿ ਭਾਈ ਵਾਪਸ ਜਾਣਾ ਹੈ, ਕੋਈ ਪ੍ਰੋਗਰਾਮ ਦੱਸੋ ਕਿ ਵਾਪਸ ਕਿਸ ਤਰ੍ਹਾਂ ਜਾਈਏ। बिल्कुल ਠੀਕ ਹੈ, ਉਹ ਮਤਲਬ ਇਸ ਤਰ੍ਹਾਂ ਮੁਤਨਫਰ ਜਿਹੇ ਹੁੰਦੇ ਨੇ ਕਿ ਉਹ ਕਹਿੰਦੇ ਨੇ ਅਸੀਂ ਸਊਦੀਆ ਰਹਿਣਾ ਹੀ ਨਹੀਂ, ਪਹਿਲੇ 2 ਮਹੀਨੇ ਬੈੱਡ ਤੇ ਬਹਿਣਾ ਪੈਂਦਾ, ਕਹਿੰਦੇ ਨੇ ਅਸੀਂ ਇੱਥੇ ਰਹਿਣਾ ਹੀ ਨਹੀਂ, ਵਾਪਸ ਦਾ ਤਰੀਕਾ ਦੱਸੋ, ਵਾਪਸ ਅਸੀਂ ਜਾਣਾ ਕਿ ਨਹੀਂ। ਉਹਨਾਂ ਵਾਸਤੇ ਕੋਈ ਲਾਈਨਾਂ ਦਿਓ ਕਿ ਉਹ ਆਪਣਾ ਜ਼ਹਿਨ मगर बदलन। अली भाई देखो ना, ਜਿਸ ਟਾਈਮ ਬੰਦਾ ਇੱਥੇ ਆ ਜਾਂਦਾ ਨਾ, ਹਾਂ। 1 ਜਾਂ 2 ਮਹੀਨੇ ਪਹਿਲੇ ਜ਼ਲੀਲ ਹੁੰਦਾ, ਅਗਰ ਤੁਸੀਂ ਉਹੀ ਖੁਦ ਤੇ ਕੰਟਰੋਲ ਕਰ ਲਿਆ ਨਾ ਕਿ ਵੀ ਮੈਂ 1-2 ਮਹੀਨੇ ਜ਼ਲੀਲ ਹੋਣ ਤੋਂ ਬਾਅਦ ਤੁਹਾਡਾ ਮਾਈਂਡ ਇਹ ਹੋ ਗਿਆ ਨਾ ਕਿ ਮੈਂ ਵਾਪਸ ਜਾਣਾ, ਉਹ ਤੁਸੀਂ ਮਾਈਂਡ ਨਹੀਂ ਬਣਾ, ਤੁਸੀਂ ਇਹ ਕੋਸ਼ਿਸ਼ ਕਰਨੀ ਕਿ ਇਹ ਮੇਰੇ ਸਿਰਫ ਮੇਰੇ ਸਟਰਗਲ ਦੇ ਦਿਨ, ਠੀਕ ਹੈ ਨਾ, ਇਸ ਨੂੰ ਇਹ ਦਿਨਾਂ ਨੂੰ ਲੈ ਕੇ ਮੈਂ ਅੱਗੇ ਚੱਲਣਾ। ਅਗਰ ਤੁਹਾਡਾ ਕਿਸੇ ਵੀ ਬੰਦੇ ਨਾਲ ਤਾਲੁਕ ਨਹੀਂ ਹੈ, ਤੁਹਾਡਾ ਕੋਈ ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈ ਸੰਭਾਲਣ ਵਾਲਾ, ਤੁਸੀਂ ਕੋਸ਼ਿਸ਼ ਇਹ ਕਰੋ ਕਿ ਜਿਹਦੇ ਨਾਲ ਤੁਸੀਂ ਕੰਮ ਤੇ ਜਾਂਦੇ ਨਾ ਉਹਦੇ ਨਾਲ ਆਪਣੀ ਦੋਸਤੀ बढ़ाओ, ਉਹਨਾਂ ਕੰਟੈਕਟ ਸ਼ੇਅਰ ਕਰੋ। ਆਸਾ ਆਸਾ ਲੇਬਰ, ਅਗਰ ਤੁਹਾਡਾ ਲੈਵਲ ਹੈ ਲੇਬਰ ਤਬਕੇ ਨਾਲ, ਤੁਸੀਂ ਉਹਨਾਂ ਨਾਲ ਆਪਣੇ ਕੰਟੈਕਟ ਜਾਰੀ ਰੱਖੋ, ਠੀਕ ਹੈ ਨਾ, ਉਹਨਾਂ ਨਾਲ ਮੈਸੇਜ ਤੇ ਗੱਲਬਾਤ ਜਾਰੀ ਰੱਖੋ, ਠੀਕ ਹੈ ਨਾ। ਅਗਰ ਤੁਹਾਡਾ ਆਸਾ ਆਸਾ ਲੈਵਲ बढ़ ਰਿਹਾ ਵਾ ਤੁਹਾਡਾ ਠੇਕੇਦਾਰਾਂ ਨਾਲ, ਉਹਨਾਂ ਸਭ ਤੋਂ ਪਹਿਲੀ ਚੀਜ਼ ਹੈ ਕੰਟੈਕਟ ਰੱਖੋ, ਰਾਬਤੇ ਰੱਖੋ। ਜੈਸਾ ਤੁਸੀਂ ਰਾਬਤੇ ਵਧਾਓਗੇ, ਅਗਰ ਮਿਸਾਲ ਦੇ ਤੌਰ ਤੇ ਤੁਹਾਡੇ ਫੋਨ 'ਚ 10 ਕੰਟੈਕਟ ਆ ਨਾ, ਤੇ ਇਨਸ਼ਾਅੱਲਾ ਸ਼ਾਮ ਨੂੰ ਤੁਸੀਂ 10 ਨੂੰ ਮੈਸੇਜ ਕਰੋ ਤੇ ਇੱਕ ਨੂੰ 9 ਨੇ नहीं रिप्लाई देता, एक बना रिप्लाई दे देगा, इंशाल्लाह ਤੁਹਾਨੂੰ एक को काम मिल जाएगा। अच्छा भाई ये एक मोटिवेशनल टिप थी उन बंदों के लिए जो मैसेज करते हैं मुझे 2 माह के बाद, जी हम 2 माह हो गए हमें सऊदीया आए हुए, इकामा हमें नहीं मिला, तो वापसी का तरीक़ेकार बताओ। अगर पैसे लगा के सऊदी अरब आ गए हो या किसी और कंट्री में चले गए हो, पैसे कमाने के लिए आप आए हो, खर्चा आपने कर लिया है, मूड बना के आए हो कभी हमने जाना है काम करना है। मैं खुद बजाते खुद 3 माह बैठा था फारग, 3 माह के बाद जाके एक अच्छी जॉब पे लगा, ठीक है, और माइंड मेरा भी यही है कि कोई कारोबार करना है, आपने अपना ज़हन यही रखें, एट द एंड आपका विजन यही होना चाहिए कि मैंने अपना काम करना है। ये बंदा जिसके पास एजुकेशन नहीं है, तलीम का बैरियर था इसके पास, हुनर कोई नहीं था, आगे रिलेटिव कोई नहीं था, फ्रेंड कोई नहीं था जिसने इस बंदे को संभालना है। 1 माह किसी के आसरे पे किसी के पास जाके बैठा है, वही इसको दिहाड़ियों दिहाड़ियों पे लेके गया है। 1-1.5 साल में इसने अपने राब्ते कंटेक्ट अपना इस तरह बिल्डअप किया, लिंक सारा, उसके बाद जाके खुद काम पकड़ना स्टार्ट कर दिया। तो जो लोग मैसेजेस कर रहे हैं कि भाई हमने निकलना है, हम जाना चाह रहे हैं इधर से, अपने दिल गुर्दा थोड़ा सा बड़ा करें और वेट करें, सबका टाइम आता है। स्टार्टिंग पे मुश्किलात सबको ही आती हैं, आपकी लैंग्वेज का बैरियर आपको आ रहा है, बाहर किसी से बातचीत नहीं करनी आ रही, काम पे कोई लेके नहीं जा रहा, इकामा नहीं आपका आ रहा, या हर चीज़ आपके पास ओके है, जॉब नहीं मिल रही, फिर भी वेट करें। आप जब आपका टाइम आएगा अल्लाह आपको खुद ही उस मुकाम तक पहुंचा देगा। ठीक है भाई, ये एक मोटिवेशनल स्टोरी थी जो इस बंदे की मैंने आपके साथ शेयर की।